हाँ जी, बुधराम जी। बहुत बहुत धन्यवाद स्पीकर साहब। ਤੁਸੀਂ ਗਵਰਨਰ ਐਡਰੈਸ 'ਤੇ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਬੇਨਤੀ ਕਰਦਾ, ਤੁਹਾਨੂੰ ਸੁਝਾਅ ਵੀ ਦਿੰਦਾ ਕਿ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਜਦੋਂ ਕਿਉਂਕਿ ਗਵਰਨਰ ਐਡਰੈਸ 'ਤੇ ਬੋਲਣੇ ਆ ਤਾਂ ਹਰੇਕ ਨੂੰ ਦੋਨੇ ਪਾਰਟੀ ਹਰੇਕ ਬੰਦੇ ਨੂੰ ਪਾਰਟੀ ਦੇ ਹਰੇਕ ਬੰਦੇ ਨੂੰ ਟਾਈਮ ਮਿਲਦਾ। ਮੈਂ ਵੀ ਜਦੋਂ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਬੋਲ ਰਹੇ ਸੀਗੇ LP ਸਾਹਿਬ, ਮੈਂ ਇਹਨਾਂ ਦੇ ਪੁਆਇੰਟ ਨੋਟ ਕੀਤੇ ਹੈ। ਸੋ ਕਿਰਪਾ ਕਰਕੇ ਸਾਰੇ ਮੈਂਬਰਾਂ ਦੇ ਜਦੋਂ ਤੁਹਾਨੂੰ ਟਾਈਮ, ਜਿਹਦਾ ਮੈਨੂੰ ਇਕੱਲਾ ਟਾਈਮ ਮਿਲਦਾ ਸਾਡੇ ਪਾਰਟੀ ਨੂੰ, ਫਿਰ ਤਾਂ ਠੀਕ ਆ ਆਪਾਂ ਵਿੱਚ ਬੋਲੀਏ, ਪਰੰਤੂ ਜਦੋਂ ਟਾਈਮ ਤੁਹਾਨੂੰ ਮਿਲਣਾ ਹੈ ਤਾਂ ਉਸ ਪੁਆਇੰਟ 'ਤੇ ਤੁਸੀਂ ਆਪਣੇ ਆਪ ਉਹਦੀ ਕ੍ਰਿਟਿਸਿਜ਼ਮ ਕਰ ਲਓ। ਸੋ ਬੇਨਤੀ ਕਰਦੇ ਹਾਂ ਕਿ ਗੱਲ ਸੁਣੋ ਸਾਰਿਆਂ ਦੀ, ਉੱਧਰਲੇ ਸੁਣੋ ਤਾਂ ਵੀ ਆਪਾਂ ਨੂੰ ਬੋਲਣਾ ਚਾਹੀਦਾ। ਪੁਆਇੰਟ ਆਫ ਆਰਡਰ ਜਿਹੜਾ ਹੁੰਦਾ ਉਹ 1-2 ਮਿੰਟ ਦਾ ਹੁੰਦਾ, ਨਾ ਕਿ 15-20 ਮਿੰਟ ਦਾ ਹੁੰਦਾ। ਸੋ ਸਰ, ਮੈਂ ਜੋ ਮਾਣਯੋਗ ਰਾਜਪਾਲ ਸਾਹਿਬ ਨੇ ਐਡਰੈਸ ਕੀਤਾ ਸੀਗਾ ਉਹਦੇ ਹੱਕ 'ਚ ਬੋਲਣ ਵਾਸਤੇ ਖੜ੍ਹਾ ਹੋਇਆ। ਸਪੀਕਰ ਸਾਹਿਬ, ਤੁਸੀਂ ਜਦੋਂ 20 ਨਵੰਬਰ 2021 ਨੂੰ 700 ਕਿਸਾਨਾਂ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਸਫਲ ਹੋਇਆ, 3 ਕਾਲੇ ਕਾਨੂੰਨ ਵਾਪਸ ਹੋਏ, ਤਾਂ ਸਾਡੇ ਵਾਸਤੇ, ਸਾਰਿਆਂ ਵਾਸਤੇ, ਖਾਸ ਤੌਰ 'ਤੇ ਪੰਜਾਬ ਵਾਸਤੇ ਬਹੁਤ ਖੁਸ਼ੀ ਦਾ ਦਿਨ ਸੀ। ਔਰ ਇਸੇ ਤਰ੍ਹਾਂ 10 ਮਾਰਚ ਵਾਲਾ ਦਿਨ ਜਿਹੜਾ ਹੈਗਾ ਇਸ 2022 ਨੂੰ ਵੀ ਸਾਡੇ ਵਾਸਤੇ ਜਸ਼ਨ ਦਿਨ ਰਿਹਾ ਸੀ, ਕਿਉਂਕਿ 10 ਮਾਰਚ ਨੂੰ ਜਦੋਂ ਰਿਜ਼ਲਟ ਨਿਕਲਿਆ, ਰਿਜ਼ਲਟ ਨਿਕਲਣ ਤੋਂ ਪਹਿਲਾਂ ਹਰੇਕ ਗੱਲ ਨੂੰ ਖਦਸ਼ਾ ਸੀ ਵੀ ਕੋਈ ਕਹਿੰਦਾ ਸੀ ਹੰਗ ਸਰਕਾਰ ਆਊਗੀ, ਕੋਈ ਕਹਿੰਦਾ ਸੀ ਗਵਰਨਰੀ ਰਾਜ ਆਊਗਾ, ਕੋਈ ਕੁਛ ਰਾਜ ਆਊਗਾ। ਪਰ ਜਿਉਂ-ਜਿਉਂ ਸੂਰਜ ਚੜ੍ਹਦਾ ਗਿਆ, ਪੰਜਾਬ ਦੇ ਰੁੱਖਾਂ 'ਤੇ ਫੁੱਲ ਪੈਣੇ ਸ਼ੁਰੂ ਹੋ ਗਏ। ਦੇਖਦਿਆਂ ਦੇਖਦਿਆਂ 12 ਵਜੇ ਤੱਕ ਪੰਜਾਬ ਬਸੰਤੀ ਫੁੱਲਾਂ ਨਾਲ ਭਰ ਗਿਆ। ਸੋ ਸਰ, ਦੇਖਣ ਇਹ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਅਸੀਂ ਹੁਣ, ਕਿਉਂਕਿ ਅਸੀਂ ਪਹਿਲੇ ਵਾਰੀ ਆਏ ਹਾਂ ਸੱਤਾ ਦੇ ਵਿੱਚ, ਤਾਂ ਜਦੋਂ ਅਸੀਂ ਕੋਈ ਗੱਲ ਕਰਾਂਗੇ, ਜਦੋਂ ਅਸੀਂ ਕੋਈ ਮਸਲਾ ਠਾਵਾਂਗੇ, ਜਦੋਂ ਅਸੀਂ ਗਵਰਨਰ ਐਡਰੈਸ 'ਤੇ ਕੋਈ ਪੁਆਇੰਟ ਪੁੱਗੇ ਤਾਂ ਗੱਲ ਕਰਾਂਗੇ, ਤਾਂ ਸਾਡਾ ਜਿਹੜਾ ਮੁਕਾਬਲਾ ਹੈ ਇੱਕ ਦੂਜੇ ਨਾਲ, ਤਾਂ ਉਹ ਪਿਛਲੀ ਸਰਕਾਰ ਨਾਲ ਵੀ ਹੁੰਦਾ ਵੀ ਪਹਿਲਾਂ ਕੀ ਸੀ ਅਤੇ ਹੁਣ ਅਸੀਂ ਕੀ ਹੋ ਰਹੇ ਹਾਂ। ਸਾਡੇ ਗਵਰਨਰ ਐਡਰੈਸ 'ਤੇ ਵੱਖ-ਵੱਖ ਵਿਸ਼ੇ ਛੋਹੇ ਨੇ ਮਾਣਯੋਗ ਗਵਰਨਰ ਸਾਹਿਬ ਨੇ, ਜੋ ਸਰਕਾਰ ਦਾ ਇੱਕ ਮੁੱਦਾ ਹੁੰਦਾ। ਪਰੰਤੂ ਇਹਨਾਂ ਸਾਲਾਂ ਦੌਰਾਨ ਧਰਤੀ ਦੇ ਬਹੁਤ ਸਾਰੇ ਕੋਈ ਬੰਦੇ ਗਰਜੇ, ਬਹੁਤ ਸਾਰੇ ਬੰਦੇ ਲਿਸ਼ਕੇ, ਪਰ ਵਰਿਆ ਕੋਈ ਵੀ ਨਹੀਂ ਪੰਜਾਬ ਦੇ ਉੱਤੇ। ਇਸ ਕਰਕੇ ਪੰਜਾਬ ਦਾ ਅਸੀਂ ਦੇਖਦੇ ਹਾਂ ਕਿ ਪੂਰੇ ਪਿਛਲੇ 75 ਸਾਲ ਤੋਂ ਲੈ ਕੇ ਪਿਛਲੇ 30-35 ਸਾਲਾਂ ਤੋਂ ਪੰਜਾਬ ਦਾ ਜਿਹੜਾ ਬੁਰਾ ਹਾਲ ਹੋਇਆ। ਔਰ ਰਾਜੇਸ਼ੀ ਮੁਕੱਦਮ ਕੁੱਤੇ ਰੱਬ ਵਰਗੇ ਬੰਦਿਆਂ ਦਾ ਖੂਨ ਪੀਂਦੇ ਰਹੇ। ਪੰਜਾਬ ਦੀ ਧਰਤੀ ਪੂਰਨ ਦੀ ਮਾਂ ਇਸ਼ਰਾ ਵਾਂਗੂ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਰੋਂਦੀ ਕਰਲਾਉਂਦੀ ਰਹੀ। ਪਰ ਦੇਖਿਆ ਅਸੀਂ ਆਪਾਂ 84 ਦਾ ਬਹੁਤ ਵੱਡਾ ਸਾਕਾ ਵੀ ਦੇਖਿਆ, ਆਪਾਂ ਬਲੂ ਸਟਾਰ ਕੀ ਦੂਜਾ ਆਪਰੇਸ਼ਨ ਵੀ ਦੇਖੇ ਨੇ, 75 ਦੀ ਐਮਰਜੈਂਸੀ ਵੀ ਦੇਖੀ ਹੈ। ਸੋ ਇੱਕ ਪਾਤਰ ਹੈ ਸੁਰਜੀਤ ਪਾਤਰ ਜੀ, ਸਾਡੇ ਬਹੁਤ ਤਗੜੇ ਕਵੀ ਨੇ, ਉਹਨਾਂ ਨੇ ਕਿਹਾ ਤਾਂ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ। ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਉੱਠ ਚੱਲੀਏ। ਘਰ ਘਰ ਪੁੱਤ ਕਹਿਣ, ਛੱਡ ਬਾਪੂ ਹੁਣ ਕੀ ਰੱਖਿਆ ਜ਼ਮੀਨ ਵਿੱਚ, ਵੇਚ ਕੇ ਸਿਆੜ ਚਾਰ ਕਰਕੇ ਜਗਾੜ ਕੋਈ, ਚੱਲ ਇੱਥੋਂ ਚੱਲੀਏ। ਹਾਲਤ ਇਹ ਬਣ ਗਈ ਸੀ, ਬਣ ਰਹੀ ਹੈ। ਸਾਡੀ 3 ਮਹੀਨਿਆਂ ਦੀ ਸਰਕਾਰ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਸਾਡਾ ਆਉਣ ਵਾਲਾ ਪੌਣੇ 5 ਸਾਲਾਂ ਦੇ ਵਿੱਚ ਸਾਡੇ ਕੋਲ ਬਹੁਤ ਸਮਾਂ ਪਿਆ। 3 ਮਹੀਨੇ ਕਿਸੇ ਵੀ ਸਰਕਾਰ ਦੀ ਸਫਲਤਾ ਜਾਂ ਅਸਫਲਤਾ ਦਾ ਕੋਈ ਚਿੰਨ੍ਹ ਨਹੀਂ ਹੁੰਦੇ। ਪਹਿਲੇ ਸਾਲ ਤਾਂ ਜਿਹੜੇ ਪੁਰਾਣੇ ਇੱਕ ਜਿਹੜਾ ਬਾਗ ਸੀ, ਤੁਸੀਂ ਆਪਾਂ ਪੰਜਾਬੀ ਸਾਹਿਤ ਪੜ੍ਹਦੇ ਹਾਂ, ਕਾਦਰ ਯਾਰ ਦਾ ਇੱਕ ਕਿੱਸਾ ਹੈ ਪੂਰਨ ਭਗਤ ਵਾਲਾ, ਉਹਦੇ ਵਿੱਚ 2-4 ਲਾਈਨਾਂ ਨੇ, ਕਹਿੰਦਾ ਮੀਮ, ਮੀਮ ਤੁਹਾਨੂੰ ਪਤਾ ਉਰਦੂ ਦੇ ਮੰਮੇ ਨੂੰ ਕਹਿੰਦੇ ਨੇ, ਹੁਣ ਮੈਂ ਉਹ ਤਿਆਰ ਕਰਕੇ ਲਿਆਇਆ ਨਹੀਂ, ਜੇ ਦੱਸ ਦਿੰਦੇ ਮੈਂ ਉਹ ਤਿਆਰ ਕਰਕੇ ਦੱਸ ਦੂੰ ਕੀ ਹੋਇਆ ਜੀ। ਚਲ, ਥੈਂਕ ਯੂ। ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ। 1102 ਜੀ। ਢਿੱਲੋਂ ਸਾਹਿਬ, ਸ਼ਰਨਜੀਤ ਸਿੰਘ ਜੀ ਢਿੱਲੋਂ। ਸਪੀਕਰ ਸਾਹਿਬ, ਹਾਂਜੀ, ਲੁਧਿਆਣਾ ਫਿਰੋਜ਼ਪੁਰ ਸੜਕ ਨੂੰ ਲੁਧਿਆਣੇ ਤੋਂ ਤਲਵੰਡੀ ਭਾਈ ਤੱਕ ਕਿਲੋਮੀਟਰ 92 ਤੋਂ 170 ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਚੌਮਾਰਗੀ ਕੀਤਾ ਜਾ
to host the prestigious work. ਇਸ ਗੱਲ ਤੇ ਪੱਕੀ ਸੱਚਾਈ ਹੈ ਨਾ, ਕੋਈ ਰਿਸ਼ਵਤ ਲੈਣ ਲੱਗੇ ਡਰਦਾ ਹੈ, ਅੰਦਰ ਖਾਤੇ ਕੋਈ ਦੇਈ ਚਲੇ, ਅੱਡ ਅੱਡ ਗੱਲ ਹੈ। ਜੋ ਇਹਦਾ ਰਿਸ਼ਵਤ ਜਿਹੜੀ ਗੱਲ ਹੈ, ਪੈਂਦਾ ਹੈ। ਪਿਛਲੀਆਂ ਸਰਕਾਰਾਂ ਨੇ ਇਹਦਾ ਮਤਲਬ ਕੋਈ ਧਰਤੀ ਬਾਰੇ, ਕੋਈ ਪਾਣੀ ਬਾਰੇ ਕੋਈ ਚੰਗੀ ਕਮਿਟਮੈਂਟ ਨਹੀਂ ਕੀਤੀ, ਕੋਈ ਨੀਤੀ ਨਹੀਂ ਬਣਾਈ, ਜਿਹਦੇ ਕਰਕੇ ਸਾਡੀਆਂ ਕੋਈ ਲੋਕਾਂ ਨੂੰ ਸੇਧ ਹੋ ਚੁੱਕੇ ਕਿ ਕਿਵੇਂ ਹੋ ਸਕੇ। ਸੋ ਅੱਜ ਮਾਨ ਸਾਹਿਬ ਦੀ ਜਿਹੜੀ ਹੈਗੀ ਸਰਕਾਰ ਹੈ, ਮਾਨ ਸਾਹਿਬ ਹਰੇ ਪਾਣੀ ਬਚਾਉਣ ਵਾਸਤੇ ਵੀ ਗੱਲ ਕਰ ਰਹੇ ਨੇ, ਪਹਿਲਾਂ ਕਰ ਤੁਸੀਂ ਮੈਂ ਦੁਹਰਾਈ ਨਹੀਂ ਕਰਦਾ, ਅੱਜ ਹਵਾ ਬਚਾਉਣ ਵਾਸਤੇ ਵੀ ਗੱਲ ਕਰ ਚੁੱਕੇ ਹਾਂ, ਅੱਜ ਉਹਦੀ ਆਰਥਿਕਤਾ ਨੂੰ ਬਹਾਲ ਕਰਨ ਵੀ ਆ ਚੁੱਕੇ ਹਾਂ। ਤੁਸੀਂ ਸਰ ਆਪਾਂ ਦੇਖਦੇ ਹਾਂ, ਪੜ੍ਹਦੇ ਹਾਂ ਕਿ ਜਿਹੜੀ ਖੇਤੀਬਾੜੀ ਹੈ, ਜਿੰਨੇ ਵੀ ਵਿਕਸਿਤ ਦੇਸ਼ ਹੋਏ ਨੇ ਉੱਥੇ ਲੋਕ ਉਦਯੋਗਿਕ ਵਿਕਾਸ ਦੇ ਵਿੱਚ ਇੱਕ 3 ਸੈਕਟਰ ਇਕਨੋਮਿਕਸ ਦੇ ਵਿੱਚ, ਪਹਿਲਾ ਸੈਕਟਰ ਜਿਹੜਾ ਹੈਗਾ ਉਹ ਖੇਤੀਬਾੜੀ ਹੈ, ਦੂਜਾ ਉਦਯੋਗ ਹੈ, ਤੀਜਾ ਸੇਵਾਵਾਂ ਟਰਸ਼ਰੀ ਖੇਤਰ ਹੈ। ਉਹ ਉਦਯੋਗਿਕ ਤੇ ਸੇਵਾਵਾਂ ਦੇ ਖੇਤਰ ਵਿੱਚ ਅੱਪ ਹੋਏ ਨੇ। ਖੇਤੀਬਾੜੀ ਲੋਕ ਉੱਥੇ 5-10% ਕਰਦੇ ਨੇ, ਕਿਉਂ ਖੇਤੀਬਾੜੀ ਦਾ ਕਾਰਨ ਕੀ ਹੈ ਕਿ ਖੇਤੀਬਾੜੀ ਦੇ ਵਿੱਚ ਜਿਹੜੀ ਮੰਗ ਹੈ ਉਹ ਸੀਮਿਤ ਹੁੰਦੀ ਹੈ, ਉੱਥੇ ਕੋਈ ਜ਼ਿਆਦਾ ਵੱਧਦੀ ਨਹੀਂ ਹੈਗੀ ਉਹਦੀ। ਔਰ ਜੇਕਰ ਇੱਕ ਵਾਰੀ ਕੋਈ ਖੇਤੀਬਾੜੀ ਦੀ ਉਪਜ ਜੇ ਕੋਈ ਚੀਜ਼ ਸਸਤੀ ਵੀ ਹੋ ਜਾਏ, ਖੇਤੀਬਾੜੀ ਨਾਲ ਸੰਬੰਧਿਤ ਉਪਜ ਕੀਤੀ ਸਸਤੀ ਹੋਵੇ, ਤਾਂ ਅਸੀਂ ਉਹਦੀ ਮੰਗ ਨਹੀਂ ਵੱਧਦੀ। ਜਿਵੇਂ ਕੋਈ ਕਣਕ ਹੈ ਕੋਈ ਜਾਂ ਕੋਈ ਅੰਬ ਨੇ, ਜੇ ਆਪਾਂ ਸਸਤੇ ਵੀ ਹੋ ਜਾਣਾ, ਆਪਾਂ ਵੱਧ ਤੋਂ ਵੱਧ 2 ਨਹੀਂ 3 ਕਿਲੋ ਲੈ ਲਾਂਗੇ, ਆਪਾਂ 10-15 ਕਿਲੋ ਨਹੀਂ ਲੈ ਸਕਦੇ ਜਾਂ ਰੱਖ ਨਹੀਂ ਸਕਦੇ। ਉਹਦੇ ਉਲਟ ਜਿਹੜੇ ਉਦਯੋਗ ਨੇ ਉਹਨਾਂ ਦੀ ਮੰਗ ਅਸੀਮਿਤ ਹੁੰਦੀ ਹੈ। ਇੱਕ ਕੋਈ ਚੀਜ਼ ਬਣਦੀ ਹੈ ਤਾਂ ਉਹਦੀ ਗੱਲ 'ਤੇ ਆਪਾਂ ਜੇ ਕੋਈ ਪੱਖਾ ਬਣਦਾ, ਕੱਲ੍ਹ 2 ਪੱਖੇ 3 ਪੱਖੇ 4 ਬਣਦੇ ਨੇ, ਏਸੀ ਬਣਦਾ, ਕੂਲਰ ਬਣਦਾ, ਅੱਗੇ ਵੱਧਦਾ। ਉਹਦੇ ਵਧਣ ਦੇ ਨਾਲ ਉਹਦਾ ਜਿਹੜਾ ਮਤਲਬ ਯੂਨਿਟ ਹੈ ਹੋਰ ਲੱਗਦਾ ਹੈ। ਜੇ ਯੂਨਿਟ ਹੋਰ ਲੱਗਦੇ ਨੇ, ਜਿੱਥੇ ਕਾਰੀਗਰ ਬਣਦੇ ਨੇ ਤਾਂ ਕਿਰਤੀ ਨੂੰ ਵੀ ਗਾਹਾਂ ਉਹਦੇ ਵਿੱਚ ਮਤਲਬ ਮਿਲਦਾ ਹੈ। ਜਦੋਂ ਕਿਰਤੀ ਗਾਹਾਂ ਵੱਧਦਾ ਹੈ, ਕਾਰੀਗਰ ਗਾਹਾਂ ਵੱਧਦਾ, ਰੁਜ਼ਗਾਰ ਮਿਲਦਾ ਹੈ, ਤਾਂ ਉਹਦੀ ਪਰਚੇਜਿੰਗ ਪਾਵਰ ਵੱਧਦੀ ਹੈ, ਉਹਦੇ ਨਾਲ ਅੱਗੇ ਦਾ ਸਰਕਲ ਚੱਲਦਾ ਹੈ। ਇਸ ਲਈ ਇਕਨੋਮਿਕਸ ਦੇ ਸਿਧਾਂਤ ਦੇ ਮੁਤਾਬਕ ਜਿਹੜੀ ਮੰਗ ਹੈ ਉਹ ਵਧਣ ਦੇ ਨਾਲ ਕਿਰਤੀਆਂ ਦੇ ਵਿੱਚ ਜਾਂ ਉਦਯੋਗ ਵਿਕਾਸ ਹੁੰਦਾ ਹੈ। ਉਹ ਸਾਡਾ ਪਿਛਲੇ 5-10 ਸਾਲਾਂ ਤੋਂ ਵਿੱਚ ਨਾ ਅਕਾਲੀ ਸਰਕਾਰ ਨੇ ਨਾ ਕਾਂਗਰਸ ਸਰਕਾਰ ਨੇ ਇਹੋ ਜਿਹਾ ਕੋਈ ਪ੍ਰੋਸੈਸ ਨਹੀਂ ਕੀਤਾ। ਕਿਉਂਕਿ ਦੇਖੋ ਅਸੀਂ ਕਹਿੰਦੇ ਸੀ ਵੀ ਜੇਕਰ ਖੇਤੀਬਾੜੀ ਨੂੰ ਦਾਅਵਾ ਦਾ ਕਿੱਤਾ ਬਣਾਉਣਾ ਹੈ ਤਾਂ ਉਹਦੇ ਵਿੱਚ ਪ੍ਰੋਸੈਸਿੰਗ ਲਾਉਣੀ ਪਊਗੀ। ਸਾਡੇ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਉਹ 7-8 ਸਾਲ ਮੰਤਰੀ ਰਹੇ ਨੇ ਔਰ ਹੈਵੀ ਫੂਡਸ ਪ੍ਰੋਸੈਸਿੰਗ ਮੰਤਰੀ ਸੀਗੇ। ਮੇਰੇ ਜ਼ਿਲ੍ਹੇ ਦੇ ਨੇ, ਮੈਂ ਮਾਨਸਾ ਦਾ, ਮਾਨਸਾ ਬਠਿੰਡੇ ਦੇ ਵਿੱਚ ਆਉਂਦਾ ਸੀਗਾ, ਪਰੰਤੂ ਉਹਨਾਂ ਨੇ ਇੱਕ ਵੀ ਯੂਨਿਟ ਆਪਣੇ ਹਲਕੇ 'ਚ ਨਹੀਂ ਲਾਇਆ। ਪੰਜਾਬ 'ਚ ਬਹੁਤ ਘੱਟ ਯੂਨਿਟ ਲੱਗੇ ਨੇ ਫੂਡ ਪ੍ਰੋਸੈਸਿੰਗ ਦੇ। ਜੇਕਰ ਖੇਤੀ ਦੀ ਉਪਜ ਨੂੰ ਲਾਹੇਵੰਦ ਕਿੱਤਾ ਬਣਾਇਆ ਜਾਂਦਾ, ਉਹ ਸਿਰਫ ਇੱਕੋ ਹੀ ਤਰੀਕਾ ਹੈ ਕਿ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਵਿੱਚ ਕੰਮ ਕੀਤਾ ਜਾਂਦਾ, ਜੋ ਇਸ ਕਰਕੇ ਵੱਧ ਜਾਂਦਾ ਹੈ। ਸੋ ਇਹਦੇ ਨਾਲ ਕੀ ਹੋਇਆ ਸਰ, ਕੋਈ ਗੱਲ ਨਹੀਂ, ਸੁਣ ਲਓ। ਲਾਇਆ ਉਸ ਸਮੇਂ ਕੰਮ ਹੋਇਆ, ਜੇ ਫੂਡ ਪ੍ਰੋਸੈਸਿੰਗ ਦੇ ਕੰਮ ਹੋਇਆ ਸਾਰਾ ਉਹਨਾਂ ਦੇ ਟਾਈਮ ਦੇ ਵਿੱਚ ਹੋਇਆ। ਲੋਡੂਵਾਲ ਜਾ ਕੇ ਦੇਖੋ ਜਿਹੜਾ ਫੂਡ ਪਾਰਕ ਬਣਿਆ, ਨਹੀਂ ਤੁਸੀਂ ਕਿਹਾ ਪੰਜਾਬ 'ਚ ਨਹੀਂ ਲਾਇਆ, ਤੁਸੀਂ ਕਿਹਾ ਪੰਜਾਬ 'ਚ ਨਹੀਂ, ਮੈਂ ਵੈਸੇ ਨਹੀਂ ਦੱਸ ਰਹੇ ਨਹੀਂ, ਜੇ ਦੇਖੋ ਜੇ ਕਿਸੇ ਨੇ ਕੀਤਾ ਤਾਂ ਕੀਤਾ। ਤੁਸੀਂ ਜਾ ਕੇ ਫੂਡ ਪਾਰਕ ਦੇਖੋ, ਲੋਡੂਵਾਲ ਜਾ ਕੇ ਦੇਖੋ ਵੀ ਕਿੰਨੀ ਇੰਡਸਟਰੀ ਜਿਹੜੀ ਫੂਡ ਦੇਖੋ। ਉੱਥੇ ਹੁਣ ਆਲੂ ਦਾ ਜਿਹੜਾ ਪਲਾਂਟ ਲੱਗ ਰਿਹਾ, ਕਿ ਉਹਨੂੰ ਕਿੰਨੀ ਡਿਮਾਂਡ ਆ ਉਹਦੀ ਰੋਜ਼ ਦੀ। ਸੋ ਇਹ ਕੰਮ ਹੋਏ ਨੇ, ਇਸ ਫੀਲਡ 'ਚ ਕੰਮ ਹੋਏ ਨੇ, ਗੱਲ ਕਿਸ ਨਹੀਂ ਹੋਇਆ। ਬੁੱਧਰਾਮ ਜੀ ਪੱਧਰ ਤੇ ਹੋਣੇ ਚਾਹੀਦੇ ਸੀ ਜੀ, ਜਿਹਦੇ ਨਾਲ ਬਹੁਤ ਜ਼ਿਆਦਾ ਉਹ ਹੁੰਦਾ। ਚਲੋ ਕੋਈ ਗੱਲ ਨਹੀਂ ਜੀ, ਇੱਕ ਹੋ ਗਿਆ। ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਕੋਈ ਬੰਦਾ ਜਿਸ ਹਲਕੇ ਦਾ ਕੋਈ MP ਹੋਵੇ ਨਾ ਜੀ, ਔਰ ਉੱਥੋਂ ਦਾ ਫੂਡ ਪ੍ਰੋਸੈਸਿੰਗ ਮਿਨਿਸਟਰ ਬਣ ਜਾਏ, ਉਹ ਬਠਿੰਡੇ ਦਾ ਸੀ, ਉਹ 'ਚ ਅਸੀਂ ਮਾਨਸਾ ਦੇ ਵਿੱਚ ਪਾਉਂਦੇ ਹਾਂ। ਜੇਕਰ ਉੱਥੇ ਲੱਗ ਜਾਂਦੇ ਸਾਡੀ ਬੇਰੁਜ਼ਗਾਰੀ ਦਾ ਬਹੁਤ ਫਰਕ ਪੈਣਾ ਸੀਗਾ। ਹਾਂ,
ਸੋ ਪੰਜਾਬ ਇਹਦੇ ਕਾਰਨ ਇਹ ਹੋਈ ਕਿ ਪੰਜਾਬ ਆਪਣੀਆਂ ਵਸਤੂਆਂ ਪੈਦਾ ਨਹੀਂ ਕਰ ਸਕਿਆ, ਸਾਨੂੰ ਬਾਹਰੋਂ ਵਸਤੂਆਂ ਮੰਗਾਉਣੀਆਂ ਪਈਆਂ। ਜਦੋਂ ਬਾਹਰੋਂ ਵਸਤੂ ਮੰਗਾਉਣੇ ਪੈਂਦੀਆਂ ਤਾਂ ਬੇਰੁਜ਼ਗਾਰੀ ਪੈਦਾ ਹੁੰਦੀ ਹੈ। ਬੇਰੁਜ਼ਗਾਰੀ ਵਧਣ ਦਾ ਕਾਰਨ ਕੀ ਹੈ? ਅੱਜ ਪੰਜਾਬ ਦੇ ਵਿੱਚ ਇਹ ਜੋ ਖਤਮ ਹੋ ਗਏ। ਦੇਖੋ ਮੰਡੀ ਗੋਬਿੰਦਗੜ੍ਹ ਸੀ, ਖੰਨਾ ਸੀ, ਅਸੀਂ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਈਏ ਬੱਸ ਦੇ ਉੱਤੇ, ਤਾਂ ਜਦੋਂ ਮੰਡੀ ਗੋਬਿੰਦਗੜ੍ਹ ਆਉਂਦੀ ਹੈ, ਖੰਨਾ ਆਉਂਦੀ ਹੈ, ਦੋਨੇ ਪਾਸੇ ਜਿਹੜੇ ਹੈਗੇ ਨੇ ਕਾਰਖਾਨਿਆਂ 'ਤੇ ਜੰਗਾਲ ਲੱਗਿਆ ਪਿਆ, ਔਰ ਇਸ ਤਰ੍ਹਾਂ ਲੱਗਦਾ ਕਿਤੇ ਕੋਈ ਅਫਗਾਨਿਸਤਾਨ ਦਾ ਪਿੰਡ ਹੋਵੇ। ਇਹ ਕਿਉਂ ਹੋ ਗਿਆ ਜੀ ਸਰ? ਤੁਸੀਂ ਧਾਲੀਵਾਲ ਦੇਖੋ, 1967 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਕਲੀ ਰੇਸ਼ਮ ਦੇ ਕਾਰਖਾਨੇ ਸੀ ਜੀ। 67 ਦੇ ਵਿੱਚ 1200 ਤੋਂ ਵੱਧ ਕਾਰਖਾਨੇ ਸੀ, 60,000 ਬੰਦਾ ਕੰਮ ਕਰਦਾ ਸੀਗਾ ਅੰਮ੍ਰਿਤਸਰ ਦੇ ਵਿੱਚ, ਔਰ ਸਾਰੇ ਅੱਜ ਕੱਲ੍ਹ ਇੱਕ ਵੀ ਕਾਰਖਾਨਾ ਹੈ ਨਹੀਂ ਉੱਥੇ। ਉਹ ਆਮਦਨ ਪੈਦਾ ਹੋਣੀ ਬੰਦ ਹੋ ਗਈ। ਜਦੋਂ ਆਮਦਨ ਪੈਦਾ ਨਹੀਂ ਹੁੰਦਾ, ਕੁਦਰਤੀ ਗੱਲ ਹੈ, ਗਰੀਬੀ ਪੈਦਾ ਹੁੰਦੀ ਹੈ। ਇਹੀ ਹਾਲ ਅੰਮ੍ਰਿਤਸਰ, ਧਾਲੀਵਾਲ ਤੇ ਖਾੜੇ ਚੱਲ ਰਹੇ 19 ਕਾਰਖਾਨਿਆਂ ਦਾ ਸੀ। 19 ਕਾਰਖਾਨੇ ਜਿਹੜੇ ਕੱਪੜੇ ਦੇ ਸੀ ਉਹ ਬੰਦ ਹੋ ਗਏ। ਬਟਾਲਾ, ਗੋਬਿੰਦਗੜ੍ਹ, ਗੁਰਾਇਆ ਮਸ਼ੀਨਾਂ ਤੇ ਲੋਹੇ ਦੇ ਵੱਡੇ ਕਾਰਖਾਨੇ ਸੀ, ਕਾਰਖਾਨੇ ਬੁਰੀ ਤਰ੍ਹਾਂ ਬੰਦ ਹੋ ਗਏ। ਇਹ ਕਿਉਂ ਹੋਇਆ? ਮੈਂ ਇਸ ਵਾਸਤੇ ਇਹਦੇ ਪਿੱਛੇ ਵੱਡਾ ਕਾਰਨ ਲੱਭਣਾ ਪਊਗਾ, ਜਿਹਦੇ ਕਰਕੇ ਸਾਡੇ ਪੰਜਾਬ ਦੀ ਬਰਬਾਦੀ ਹੋਈ। ਜਿਹਦੇ ਪੰਜਾਬ ਦਾ ਜਿਵੇਂ ਕਹਿੰਦੇ ਨੇ ਆਪਾਂ, ਇੰਨੀ ਜ਼ਿਆਦਾ ਅਸੀਂ ਪਿੱਛੇ ਹੋ ਗਏ ਕਿ ਜਿਹੜੀ ਆਮਦਨ ਸੀ ਪੰਜਾਬ ਦੀ, ਆਰਥਿਕਤਾ ਦੇ ਵਿੱਚ ਅਸੀਂ 17ਵੇਂ ਨੰਬਰ 'ਤੇ ਆ ਗਏ ਆਰਥਿਕਤਾ ਦੇ ਵਿਕਾਸ ਵਾਸਤੇ। 70 ਤੋਂ ਲੈ ਕੇ 92 ਤੱਕ 22 ਸਾਲ ਪੰਜਾਬ ਦੀ ਆਰਥਿਕ ਵਿਕਾਸ ਸਾਨੂੰ ਉੱਪਰ ਰਿਹਾ। 92 ਤੋਂ ਲੈ ਕੇ 97 ਤੱਕ ਅਸੀਂ 13ਵੇਂ ਰੈਂਕ 'ਤੇ ਰਹੇ। 2002 ਤੋਂ ਅਮਰਿੰਦਰ ਸਿੰਘ ਸਰਕਾਰ ਪਹਿਲਾਂ ਆਈ ਸੀ, ਅਸੀਂ 17ਵੇਂ ਰੈਂਕ 'ਤੇ ਰਹੇ। ਉਸ ਤੋਂ ਬਾਅਦ ਪੰਜਾਬ 28 ਰਾਜਾਂ ਦੇ ਵਿੱਚ ਅੱਜ 24ਵੇਂ ਨੰਬਰ 'ਤੇ ਹੈ ਜੀ। ਆਰਥਿਕ ਵਿਕਾਸ ਦੇ ਦਰ 'ਤੇ ਕਰਜ਼ਾ ਬਹੁਤ ਵੱਧ ਗਿਆ, ਕਿਉਂਕਿ ਸਾਰੇ ਜਿਹੜੇ ਕਾਰਖਾਨੇ ਜਿੱਥੇ ਪ੍ਰੋਡਕਸ਼ਨ ਪੈਦਾ ਹੁੰਦੀ ਹੈ, ਜਿੱਥੋਂ ਇੰਪਲਾਇਮੈਂਟ ਮਿਲਦੀ ਹੈ, ਇੰਪਲਾਇਮੈਂਟ ਕੋਈ ਸਰਕਾਰੀ ਨੌਕਰੀ ਨਹੀਂ ਕਹਿੰਦੇ ਹੁੰਦੇ। ਸਰਕਾਰੀ ਨੌਕਰੀਆਂ ਤਾਂ 3 ਲੱਖ ਹੈ ਜਾਂ 4 ਲੱਖ ਸਰਕਾਰੀ ਨੌਕਰੀਆਂ ਨੇ, ਉਸ ਤੋਂ ਬਾਅਦ ਕਿੱਥੋਂ ਦੇਵਾਂਗੇ ਅਸੀਂ ਕੰਮ ਕਰਨਾ? ਪ੍ਰਤੀ ਵਿਅਕਤੀ ਆਮਦਨ ਹੈ ਜਿਹੜੀ, ਉਹ 70 ਤੋਂ ਲੈ ਕੇ ਅਸੀਂ 96-97 ਤੱਕ 1 ਨੰਬਰ 'ਤੇ ਰਹੇ ਜੀ ਪੰਜਾਬ ਦੇ ਵਿੱਚ। ਤੇ 96-97 ਤੋਂ ਲੈ ਕੇ 11-12 ਦੇ ਵਿੱਚ ਅਸੀਂ 11ਵੇਂ ਨੰਬਰ 'ਤੇ ਆ ਗਏ। 18-19 ਵਿੱਚ ਅਸੀਂ 12ਵੇਂ ਨੰਬਰ ਤੋਂ ਗਾਹਾਂ ਖਿਸ ਗਏ। ਅੱਜ ਅਸੀਂ ਪ੍ਰਤੀ ਵਿਅਕਤੀ ਆਮਦਨ ਪਰ ਕੈਪੀਟਾ ਜਿਹੜੀ ਇਨਕਮ ਹੈ ਉਹ 19ਵੇਂ ਨੰਬਰ 'ਤੇ ਆ। ਇਹ ਕਿਉਂ ਕਾਰਨ ਹੋਇਆ? ਇਹਦੇ ਪਿੱਛੇ ਵੱਡਾ ਜਿਹੜਾ ਕਾਰਨ ਉਹੀ ਗੱਲ ਸੀਗਾ ਵੀ ਸਾਡੇ ਪੰਜਾਬ ਦਾ ਜਿਹੜਾ ਹੈਗਾ ਉਹ ਕਿਸੇ ਨੇ ਚੰਗੀ ਤਰ੍ਹਾਂ ਸੋਚਿਆ ਤੱਕ ਨਹੀਂ। ਜੇਕਰ ਅਸੀਂ ਅੱਜ ਸੋਚਦੇ ਹਾਂ, ਅੱਜ ਅਸੀਂ ਜੇਕਰ ਪਾਲਿਸੀ ਬਣਾਉਂਦੇ ਹਾਂ, ਤਾਂ ਮੈਂ ਧੰਨਵਾਦ ਕਰਦਾ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੇ ਬਕਾਇਦਾ ਇਸ ਸੰਬੰਧ ਦੇ ਵਿੱਚ ਇੱਕ ਵੱਡੀ ਗੱਲ ਕੀਤੀ ਹੈ। ਸਾਰੇ ਵਾਤਾਵਰਨ ਦਾ ਅਸੀਂ 50 ਨੰਬਰ 'ਤੇ ਸਾਡਾ ਗਵਰਨਰ ਐਡਰੈਸ 'ਤੇ ਆਇਆ। 50 ਨੰਬਰ ਦੇ ਉੱਤੇ ਵਾਤਾਵਰਨ ਦਾ ਮੁੱਦਾ ਹੋਇਆ। ਵਾਤਾਵਰਨ ਦਾ ਅੱਜ ਜੇਕਰ ਸਾਡੀਆਂ ਕੋਠੀਆਂ ਨੇ, ਸਾਡੀਆਂ ਕਾਰਾਂ ਨੇ, ਸਾਡੇ ਕੋਲ ਜ਼ਮੀਨ ਹੈ, ਜਾਇਦਾਦ ਹੈ, ਇਹ ਸਾਡਾ ਵਾਤਾਵਰਨ ਹੀ ਖਰਾਬ ਹੋਇਆ। ਮੇਰੇ ਖਿਆਲ ਕਿਸੇ ਕੰਮ ਦੀ ਨਹੀਂ ਆਉਂਦੀ। ਇਸ ਵਾਤਾਵਰਨ ਦਾ ਜੇਕਰ ਅਸੀਂ ਕੀਤਾ ਤਾਂ ਸਾਡੇ ਵਾਸਤੇ ਇੱਕ ਮਾਨ ਸਾਹਿਬ ਨੇ ਵੱਡੀ ਗੱਲ ਇਹ ਕੀਤੀ ਕਿ ਸਾਡੇ ਵਾਤਾਵਰਨ ਦੇ ਵਿੱਚੋਂ ਜਿਹੜਾ ਇਸ ਵਕਤ ਰਾਜ ਸਭਾ ਦਾ MP ਬਣਾਇਆ ਗਿਆ, ਉਹ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦਾ MP ਬਣਾਇਆ ਗਿਆ, ਜਿਹੜਾ ਵੱਡਾ ਵਾਤਾਵਰਨ ਪ੍ਰੇਮੀ ਸੀ। ਤੁਸੀਂ ਕੋਈ ਗੱਲ ਨਹੀਂ ਜੀ, ਕੋਈ ਮਾੜੀ ਗੱਲ ਤਾਂ ਨਹੀਂ ਕੀਤੀ। ਵਾਤਾਵਰਨ ਕਰਕੇ ਉਹਨੂੰ ਕੋਈ ਉਹ ਨਹੀਂ ਸੀ। ਅੱਜ ਅਸੀਂ ਇਹਦਾ ਮਤਲਬ ਸਾਡੀ ਸਿੰਸੀਅਰਟੀ, ਮਾਨ ਸਾਹਿਬ ਦੀ ਇਹ ਸਿੰਸੀਅਰ ਸੀ ਤੇ ਉਹ ਗੱਲ ਕੀਤੀ ਸੀ, ਤੇ ਅੱਜ ਉਹਨਾਂ ਰਾਜ ਸਭਾ ਦਾ MP ਬਣਾਇਆ ਵੀ ਤਾਂ ਤੁਹਾਨੂੰ ਇਹਦੇ ਵਿੱਚ ਸ਼ਾਬਾਸ਼ ਦੇਣੀ ਚਾਹੀਦੀ ਹੈ, ਹੱਸਣਾ ਚਾਹੀਦਾ। ਉਹ ਸੰਤ ਹੈ ਬਹੁਤ ਵੱਡਾ, ਤੁਹਾਡੇ ਇਲਾਕੇ ਦਾ। ਸੋ ਦੇਖੋ, ਮੌਸਮੀ ਤਬਦੀਲੀਆਂ ਦੇ ਵਿੱਚ ਅਸੀਂ ਜਿਹੜਾ ਗ੍ਰੇਟਾ ਥੁਨਬਰਗ ਹੈ, ਅਸੀਂ ਉਹਨੂੰ ਯਾਦ ਕਰਦੇ ਹਾਂ। ਉਹਨੇ ਇੱਕ ਕਾਟੋਵਿਸ ਵਿਦੇਸ਼ੀ ਸ਼ਹਿਰ ਵਿੱਚ ਇੱਕ ਬੜਾ ਸੰਮੇਲਨ ਹੋਇਆ। 19 ਸਾਲ ਦੀ ਕੁੜੀ ਨੇ ਬੋਲਦੇ ਹੋਏ ਕਿਹਾ ਸੀ ਕਿ ਸਾਡਾ ਘਰ ਜਲ ਰਿਹਾ ਹੈ। ਲੀਡਰਾਂ ਨੂੰ ਕਿਹਾ ਸੀ, ਲੋਕਾਂ ਨੂੰ ਕਿਹਾ ਸੀ, ਵੱਡੇ ਵੱਡੇ ਲੀਡਰਾਂ ਨੂੰ, ਤੁਸੀਂ ਕੋਈ ਠੋਸ ਉਪਰਾਲੇ ਕਰੋ। ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਵੱਡੇ ਹਾਂ, ਤੁਹਾਡੇ ਹਿੱਤਾਂ ਦਾ ਖਿਆਲ ਰੱਖਾਂਗੇ, ਤੁਸੀਂ ਸਾਡਾ ਭਵਿੱਖ ਖਰਾਬ ਕਰ ਰਹੇ ਹੋ। ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਦੁਨੀਆ ਵਿੱਚ ਕੁਝ ਛੱਡੋਗੇ ਵੀ ਨਹੀਂ। ਐਡੀ ਵੱਡੀ ਗੱਲ ਇੱਕ 19 ਸਾਲ ਦੀ ਕੁੜੀ ਗ੍ਰੇਟਾ ਥੁਨਬਰਗ ਨੇ ਕਹੀ ਸੀ। ਵਾਤਾਵਰਨ ਬਹੁਤ ਵੱਡਾ ਮੁੱਦਾ ਹੈ, ਪਾਣੀ ਦੇ ਵਿੱਚ ਬਚਾਉਣ ਦੀ ਲੋੜ ਹੈ, ਸਾਨੂੰ ਹਵਾ ਬਚਾਉਣ ਦੀ ਲੋੜ ਹੈ। ਮੈਂ ਤਾਂ ਹੀ ਕਹਿਣਾ ਵੀ ਸਾਡਾ ਜਦੋਂ ਐਡਾ ਸਾਡੇ ਮਤਲਬ ਪੰਜਾਬ ਦੇ ਵਿੱਚ ਜਦੋਂ ਅਸੀਂ ਪਾਣੀ ਬਚਾਉਣ ਦੀ ਗੱਲ ਕੀਤੀ ਹੈ, ਤਾਂ ਪਹਿਲਾਂ ਕੋਈ ਮੁੱਖ ਮੰਤਰੀ ਜਿਹਨੇ 1500 ਕਿਹਾ। ਗੱਲ ਭਾਵੇਂ ਰਿਪੀਟ ਹੋ ਕੇ ਮੈਂ ਗਾਹਾਂ ਨਹੀਂ ਵੱਧਦਾ। ਮੂੰਗੀ ਦੇ ਉੱਤੇ ਜਿਹੜੀ MSP ਦੇਣ ਦੀ ਗੱਲ ਕੀਤੀ ਹੈ, ਜੇ ਕੋਈ ਘਾਟ ਰਹੇਗੀ ਤਾਂ ਪੂਰੀ ਹੋ ਜਾਊਗੀ। ਸਿੰਸੀਅਰਟੀ ਤਾਂ ਹੈਗੀ ਨਾ ਬੰਦੇ ਦੇ ਵਿੱਚ। ਅੱਜ ਜਿਹੜੀ 55,000 ਹੈਕਟੇਅਰ ਪਹਿਲਾਂ ਮੂੰਗੀ ਹੁੰਦੀ ਸੀ, ਅੱਜ 1.25 ਲੱਖ ਹੈਕਟੇਅਰ ਸਾਡੇ ਮੂੰਗੀ ਵਿੱਚ ਹੈ ਜੀ। ਮਾਨਸਾ 1 ਨੰਬਰ 'ਤੇ ਹੈ। ਲੋਕਾਂ ਜਿੱਥੇ ਆਮਦਨੀ ਵਧੂਗੀ, ਘਰ ਦੇ ਵਿੱਚ ਅੱਜ ਦਾਲਾਂ ਮਹਿੰਗੀਆਂ ਹੋ ਗਈਆਂ, ਅੱਜ ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਅਤੇ ਅੱਜ ਉਹਨਾਂ ਦਾ ਘਰੇ ਇੱਕ, ਮੈਂ ਤਾਂ ਆਮ ਤੌਰ 'ਤੇ ਜਿੱਥੇ ਵੀ ਜਾਂਦਾ, ਜਿੱਥੇ ਮੀਟਿੰਗ ਕਰਦਾ ਕਿਸੇ ਪਿੰਡ ਦੇ ਵਿੱਚ, ਮੈਂ ਘੱਟੋ ਘੱਟ ਹਰੇਕ ਜ਼ਿਮੀਂਦਾਰ ਨੂੰ ਜਿਹੜਾ ਵੀ ਖੇਤੀ ਕਰਦਾ ਉਹਨੂੰ ਇਹ ਬੇਨਤੀ ਕਰਦਾ ਕਿ ਯਾਰ ਤੁਹਾਡੇ ਟਿਊਬਵੈੱਲ ਲੱਗੇ ਨੇ,